ਸਭ ਨੂੰ ਜੈ ਮਸੀਹ ਦੀ। ਜਿਸ ਤਰ੍ਹਾਂ ਅਸੀਂ ਬਾਈਬਲ ਵਿੱਚ ਪੜ੍ਹਦੇ ਹਾਂ ਕਿ ਪਰਮੇਸ਼ਵਰ ਪ੍ਰੇਮ ਅਤੇ ਦਇਆ ਦਾ ਪਰਮੇਸ਼ਵਰ ਹੈ, ਉਹ ਅਨੁਗ੍ਰਹਿਕਾਰੀ ਹੈ ਅਤੇ ਦੁੱਖ ਦੇਣ ਤੋਂ ਪ੍ਰਸੰਨ ਨਹੀਂ ਹੁੰਦਾ। ਆਓ ਅੱਜ ਆਪਾਂ ਦੇਖਦੇ ਹਾਂ ਕਿ ਜਦੋਂ ਲੋਕ ਪਰਮੇਸ਼ਵਰ ਤੋਂ ਮੁੜ ਜਾਂਦੇ ਹਨ ਅਤੇ ਪਾਪ ਵਿੱਚ ਫਸ ਜਾਂਦੇ ਹਨ ਤਾਂ ਪਰਮੇਸ਼ਵਰ ਕਿਸ ਤਰ੍ਹਾਂ ਕ੍ਰੋਧਿਤ ਹੁੰਦਾ ਹੈ ਅਤੇ ਆਪਣੇ ਦਾਸ ਦੁਆਰਾ ਉਹਨਾਂ ਨੂੰ ਜਾਗਰੂਕ ਕਰਦਾ ਹੈ ਕਿ ਜੇਕਰ ਉਹ ਆਪਣੇ ਦੁਸ਼ਟ ਮਾਰਗਾਂ ਤੋਂ ਨਾ ਹਟੇ ਤਾਂ ਕਿਸ ਤਰ੍ਹਾਂ ਉਹ ਨਾਸ਼ ਕੀਤੇ ਜਾਣਗੇ। ਪੁਰਾਣੇ ਨੇਮ ਵਿੱਚ ਆਪਾਂ ਯੂਨਾਨ ਨਬੀ ਨੂੰ ਦੇਖਦੇ ਹਾਂ ਜਿਸ ਨੇ ਪਰਮੇਸ਼ਵਰ ਦੀ ਆਗਿਆ ਨਾ ਮੰਨਣ ਦੀ ਕੋਸ਼ਿਸ਼ ਕੀਤੀ। ਪਰਮੇਸ਼ਵਰ ਨੇ ਉਸ ਨੂੰ ਨੀਨਵੇ ਜਾਣ ਨੂੰ ਕਿਹਾ ਸੀ, ਜੋ ਕਿ ਇਜ਼ਰਾਈਲ ਦੇ ਖਤਰਨਾਕ ਦੁਸ਼ਮਣ ਵਿਸ਼ਾਲ ਅਸ਼ੂਰੀ ਸਾਮਰਾਜ ਦੀ ਰਾਜਧਾਨੀ ਸੀ। ਨੀਨਵੇ ਉਸ ਪੂਰੇ ਰਾਜ ਵਿੱਚ ਬਹੁਤ ਬੁਰਾ ਸ਼ਹਿਰ ਮੰਨਿਆ ਗਿਆ ਸੀ ਅਤੇ ਸਭ ਲੋਕ ਉਹਨਾਂ ਲੋਕਾਂ ਤੋਂ ਘ੍ਰਿਣਾ ਕਰਦੇ ਸੀ। ਪਰਮੇਸ਼ਵਰ ਉਸ ਸ਼ਹਿਰ ਦੇ ਲੋਕਾਂ ਨੂੰ ਮਨਾਉਣਾ ਚਾਹੁੰਦਾ ਸੀ, ਇਸ ਲਈ ਪਰਮੇਸ਼ਵਰ ਨੇ ਯੂਨਾਨ ਨਬੀ ਨੂੰ ਉਹਨਾਂ ਕੋਲ ਨਾਸ਼ ਦਾ ਸੰਦੇਸ਼ ਦੇ ਕੇ ਭੇਜਿਆ। ਆਓ ਹੁਣ ਆਪਾਂ ਦੇਖਦੇ ਹਾਂ ਕਿ ਜਦੋਂ ਯੂਨਾਨ ਨਬੀ ਨੀਨਵੇ ਸ਼ਹਿਰ ਵਿੱਚ ਪਰਮੇਸ਼ਵਰ ਦਾ ਸੰਦੇਸ਼ ਲੈ ਕੇ ਜਾਂਦਾ ਹੈ ਤਾਂ ਕੀ ਹੁੰਦਾ ਹੈ। ਇਹ ਜੋ ਤੁਸੀਂ ਦੇਖ ਰਹੇ ਆ, ਇਹ ਉਸ ਵੱਡੇ ਨਗਰ ਨੀਨਵੇ ਦੇ ਲੋਕ ਆ ਜੋ ਆਪਣੀ ਪਾਪ ਔਰ ਬੁਰਾਈ ਦੇ ਵਿੱਚ ਇੰਨੇ ਜ਼ਿਆਦਾ ਮਸ਼ਹੂਰ ਹੋ ਚੁੱਕੇ ਸੀਗੇ ਕਿ ਇਹਨਾਂ ਨੂੰ ਕੋਈ ਪਰਮੇਸ਼ਰ ਦਾ ਭੈ ਨਹੀਂ ਸੀ। ਆਪਣੀ ਬੁਰਾਈ ਕਰਦੇ ਜਾ ਰਹੇ ਆ, ਲੜ ਰਹੇ ਆ, ਘੁੰਮ ਰਹੇ ਆ, ਬੁਰੀਆਂ ਚੀਜ਼ਾਂ ਖਾ ਰਹੇ ਆ, ਪੀ ਰਹੇ ਆ। ਇਹ ਉਹ ਨੀਨਵੇ ਦੇ ਲੋਕ ਆ ਉਸ ਸਮੇਂ। ਕਿ ਉਸ ਸਮੇਂ ਲੋਕ ਨਹੀਂ ਸੀ ਜਾਣਦੇ ਕਿ ਇਹਨਾਂ ਨੇ ਪਰਮੇਸ਼ਵਰ ਦੇ ਕ੍ਰੋਧ ਨੂੰ ਭੜਕਾ ਦਿੱਤਾ ਹੈ। ਇਹ ਸਿਰਫ ਆਪਣੀ ਬੁਰਾਈ ਦੇ ਵਿੱਚ ਮਸ਼ਹੂਰ ਸੀਗੇ, ਆਪਣੀ ਬੁਰਾਈ ਕਰਨ ਦੇ ਵਿੱਚ ਲੱਗੇ ਹੋਏ ਸੀ। ਇਹਨਾਂ ਨੂੰ ਕੋਈ ਪਰਮੇਸ਼ਵਰ ਦਾ ਭੈ ਨਹੀਂ ਸੀ, ਕੋਈ ਡਰ ਨਹੀਂ ਸੀ। ਇਹ ਅਸ਼ੂਰੀ ਜਾਤੀ ਸੀਗੀ। ਇਹ ਉਹ ਨੀਨਵੇ ਸ਼ਹਿਰ ਦੇ ਲੋਕ ਆ ਜਿਨ੍ਹਾਂ ਨੂੰ ਕੋਈ ਵੀ ਯਹੋਵਾ ਦਾ ਭੈ ਨਹੀਂ ਸੀ, ਕੋਈ ਪਰਮੇਸ਼ਵਰ ਦਾ ਭੈ ਨਹੀਂ ਸੀ, ਕੁਝ ਵੀ ਨਹੀਂ ਸੀ ਜਾਣਦੇ। ਸਿਰਫ ਬੁਰਾਈ ਕਰਦੇ ਜਾ ਰਹੇ ਸੀਗੇ, ਆਪਣੇ ਪਾਪਾਂ ਦੇ ਵਿੱਚ ਫਸੇ ਹੋਏ ਸੀ, ਆਪਣੀ ਪਾਪਾਂ ਦੇ ਨਾਲ ਜਕੜੇ ਹੋਏ ਸੀਗੇ। ਐਸਾ ਕੋਈ ਬੁਰਾ ਕੰਮ ਨਹੀਂ ਸੀ ਜੋ ਨੀਨਵੇ ਸ਼ਹਿਰ ਦੇ ਵਿੱਚ ਨਹੀਂ ਸੀ ਹੁੰਦਾ। ਸਭ ਤੋਂ ਬੁਰੇ ਕੰਮ ਨੀਨਵੇ ਦੇ ਗਿਣੇ ਗਏ ਆ। ਸਭ ਤੋਂ ਜ਼ਿਆਦਾ ਬੁਰਾਈ ਨੀਨਵੇ ਦੇ ਲੋਕਾਂ ਨੇ ਕੀਤੀ ਆ। ਇਸੇ ਲਈ ਪਰਮੇਸ਼ਰ ਦਾ ਕ੍ਰੋਧ ਉਹਨਾਂ ਦੇ ਉੱਤੇ ਭੜਕਿਆ ਸੀ। ਅੱਜ ਤੋਂ 40 ਦਿਨ ਬਾਅਦ ਇਹ ਵੱਡਾ ਸ਼ਹਿਰ ਨੀਨਵਾ ਗਿਰਾ ਦਿੱਤਾ ਜਾਣਾ। ਅੱਜ ਤੋਂ 40 ਦਿਨ ਬਾਅਦ ਇਹ ਵੱਡਾ ਸ਼ਹਿਰ ਨੀਨਵਾ ਗਿਰਾ ਦਿੱਤਾ ਜਾਣਾ। ਅੱਜ ਤੋਂ 40 ਦਿਨ ਬਾਅਦ ਇਹ ਵੱਡਾ ਸ਼ਹਿਰ ਨੀਨਵਾ ਤਬਾਹ ਕੀਤਾ ਜਾਣਾ। लगता है दिमाग खराब हो ਅੱਜ ਤੋਂ 40 ਦਿਨ ਬਾਅਦ लगता है पागल हो गया है लगता ਇਹ ਕੌਣ ਹੈ? ਇਹ ਵੱਡਾ ਸ਼ਹਿਰ ਨੀਨਵਾ कौन है ਇਹ ਕੀ ਕਹਿ ਰਿਹਾ ਹੈ? ਸਾਡੇ ਪਾਪ ਤਬਾਹ ਕੀਤਾ ਜਾਣਾ। ਇਹ दिमाग ਕੀ खराब ਕਹਿ हो ਰਿਹਾ? गया ਵੱਡਾ ਸ਼ਹਿਰ ਨੀਨਵਾ ਤਬਾਹ ਕੀਤਾ ਜਾਣਾ ਹੈ। ਪਾਗਲ ਲੱਗਦਾ ਹੈ। ਅੱਜ ਤੋਂ 40 ਦਿਨ ਬਾਅਦ ये किथों आया है ਇਹ ਪਾਗਲ ਹੋ ਚੁੱਕਾ ਹੈ। ਇਹ ਵੱਡਾ ਸ਼ਹਿਰ ਨੀਨਵਾ ਇਹ ਕੀ ਕਹਿ ਰਿਹਾ ਹੈ? ਇਹ ਕੀ ਕਹਿ ਰਿਹਾ ਹੈ? ਤਬਾਹ ਕੀਤਾ ਜਾਣਾ। हो गया लग रहा है दिमाग खराब हो गया लगता है ਯਹੋਵਾ ਇਸ ਸ਼ਹਿਰ ਦੇ ਵਿਰੋਧ ਵਿੱਚ ਹੈ। ਇਹ ਕੀ ਕਹਿ ਰਿਹਾ ਹੈ?
ਚਲੋ ਸਾਨੂੰ ਹੋਰ ਵੀ ਕੰਮ ਨੇ ਅੱਜ ਅਸੀਂ ਤੋਂ ਚੱਲਦੇ ਹਾਂ। 40 ਦਿਨ ਬਾਅਦ ਦਿਮਾਗ ਖਰਾਬ ਹੋ ਗਿਆ ਹੈ ਇਹ ਵੱਡਾ ਸ਼ਹਿਰ ਨੀਨਵਾ ਤਬਾਹ ਕੀਤਾ ਜਾਣਾ। ਅੱਜ ਤੋਂ 40 ਦਿਨ ਬਾਅਦ ਇਹ ਵੱਡਾ ਸ਼ਹਿਰ ਨੀਨਵਾ ਤਬਾਹ ਕੀਤਾ ਜਾਣਾ। ਆਪਾਂ ਦੇਖਿਆ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਆਪਣੇ ਨਬੀ ਨੂੰ ਭੇਜਿਆ ਨੀਨਵੇ ਦੇ ਲੋਕਾਂ ਦੇ ਵਿੱਚ ਕਿ ਉਹਨਾਂ ਨੇ ਯਹੋਵਾ ਦਾ ਕਰੋਧ ਭੜਕਾ ਦਿੱਤਾ ਆ। ਉਹਨਾਂ ਦਾ ਪਾਪ, ਉਹਨਾਂ ਦੀ ਬੁਰਾਈ ਯਹੋਵਾ ਦੇ ਸਾਹਮਣੇ ਆਈ ਆ ਔਰ ਉਸਨੇ ਆਪਣੇ ਨਬੀ ਨੂੰ ਭੇਜਿਆ। ਉਸਨੇ ਪਰਮੇਸ਼ਵਰ ਦੇ ਵਚਨ ਦਾ ਸੁਸਮਾਚਾਰ ਦਿੱਤਾ। ਪਰ ਆਪਾਂ ਦੇਖ ਰਹੇ ਹਾਂ ਇੰਨੀ ਹਟੀਲੀ ਜਾਤੀ ਆ, ਇਹਨਾਂ ਤੇ ਕੋਈ ਵੀ ਅਸਰ ਨਹੀਂ ਹੋਇਆ। ਉਲਟਾ ਉਸ ਪਰਮੇਸ਼ਵਰ ਦੇ ਨਬੀ ਨੂੰ ਇਹ ਪਾਗਲ ਦੱਸ ਰਹੇ ਆ, ਇਹ ਉਸ ਦਾ ਦਿਮਾਗ ਖਰਾਬ ਆ, ਇਹ ਦੱਸ ਰਹੇ ਆ। ਇਹਨਾਂ ਨੇ ਕੋਈ ਤੌਬਾ ਨਹੀਂ ਕੀਤੀ, ਬਸ ਆਪਣੀ ਬੁਰਾਈਆਂ ਦੇ ਵਿੱਚ ਫਸੇ ਹੋਏ ਆ। ਕੋਈ ਵਿਚਾਰ ਕਰ ਰਿਹਾ ਆ, ਕੋਈ ਝਗੜਾ ਕਰ ਰਿਹਾ ਆ, ਕੋਈ ਨਸ਼ਾ ਕਰ ਰਿਹਾ ਆ, ਕੋਈ ਲੜਾਈਆਂ ਕਰ ਰਿਹਾ ਆ। ਸਭ ਬੁਰੇ ਕੰਮਾਂ ਦੇ ਵਿੱਚ ਫਸੇ ਹੋਏ ਆ। ਔਰ ਪਰਮੇਸ਼ਵਰ ਦੇ ਨਬੀ ਨੇ ਇਹਨਾਂ ਨੂੰ ਟਾਈਮ ਦਿੱਤਾ ਸੀ ਕਿ 40 ਦਿਨ ਬਾਅਦ ਯਹੋਵਾ ਇਸ ਨਗਰ ਨੂੰ ਨਾਸ਼ ਕਰ ਦੇਵੇਗਾ। ਔਰ ਆਓ ਅੱਗੇ ਆਪਾਂ ਦੇਖਾਂਗੇ 35 ਦਿਨਾਂ ਦੇ ਬਾਅਦ ਵੀ ਇਹਨਾਂ ਲੋਕਾਂ ਨੇ ਕੋਈ ਤੌਬਾ ਕੀਤੀ ਜਾਂ ਨਹੀਂ ਕੀਤੀ। पैंती दिन बीत चुके आ, पर ਆਪਾਂ ਇਹਨਾਂ ਲੋਕਾਂ ਨੂੰ ਦੇਖ ਸਕਦੇ ਹਾਂ ਹਜੇ ਵੀ ਕਿਸੇ ਨੇ ਬੁਰਾਈ ਨੂੰ ਨਹੀਂ ਛੱਡੀ, ਕਿਸੇ ਨੇ ਵੀ ਤੌਬਾ ਨਹੀਂ ਕੀਤੀ। ਹੁਣ ਵੀ ਲੋਕ ਖਾ ਰਹੇ ਆ, ਪੀ ਰਹੇ ਆ, ਲੜ ਰਹੇ ਆ, ਝਗੜ ਰਹੇ ਆ, ਐਸ਼ ਕਰ ਰਹੇ ਆ, ਬੁਰੇ ਕੰਮ ਕਰ ਰਹੇ ਆ। ਪਰਮੇਸ਼ਵਰ ਨੇ ਜੋ ਆਪਣੇ ਨਬੀ ਨੂੰ ਭੇਜਿਆ, ਆਪਣੇ ਦਾਸ ਨੂੰ ਜੋ ਆਪਣਾ ਵਚਨ ਦੇ ਕੇ ਭੇਜਿਆ, ਇਹਨਾਂ ਨੇ ਉਸ ਨੂੰ ਸੁਣ ਕੇ ਵੀ ਅਣਗੌਲਿਆ ਕਰ ਦਿੱਤਾ, ਅਣਸੁਣਿਆ ਕਰ ਦਿੱਤਾ। ਕੋਈ ਤੌਬਾ ਇਹਨਾਂ ਦੇ ਅੰਦਰ ਨਹੀਂ ਆ। ਅੱਜ ਵੀ ਇਹ ਆਪਣੇ ਪੂਰੇ ਮਨਾਂ ਨੂੰ ਕਠੋਰ ਕੀਤੇ ਹੋਏ ਆ। 35 ਦਿਨ ਬੀਤ ਚੁੱਕੇ ਆ। ਜੋ ਯਹੋਵਾ ਨੇ 40 ਦਿਨ ਦਾ ਸਮਾਂ ਦਿੱਤਾ ਸੀ, ਉਸ ਦੇ ਵਿੱਚੋਂ 5 ਦਿਨ ਬੀਤ ਚੁੱਕੇ ਆ, 35 ਦਿਨ ਰਹਿ ਗਏ ਆ ਸਿਰਫ। ਅੱਜ ਵੀ ਇਹ ਲੋਕ ਮਸਤ ਹੈ ਆਪਣੇ ਕੰਮਾਂ ਦੇ ਵਿੱਚ, ਆਪਣੀ ਬੁਰਾਈ ਦੇ ਵਿੱਚ, ਆਪਣੇ ਪਾਪ ਦੇ ਵਿੱਚ। ਇਹਨਾਂ ਦੀ ਬੁੱਧੀ ਔਰ ਸਮਝ ਪੂਰੀ ਤਰ੍ਹਾਂ ਨਾਲ ਬੰਦ ਹੋ ਚੁੱਕੀ ਆ। ਪਾਪ ਔਰ ਬੁਰਾਈ ਤੋਂ ਇਹ ਮੁੜਨਾ ਹੀ ਨਹੀਂ ਚਾਹੁੰਦੇ। ਹਜੇ ਵੀ ਇਹਨਾਂ ਨੇ ਪਰਮੇਸ਼ਵਰ ਦੇ ਨਬੀ ਦੇ ਵਚਨ ਨੂੰ ਆਪਣੇ ਦਿਲ ਦੇ ਵਿੱਚ ਕੋਈ ਥਾਂ ਨਹੀਂ ਦਿੱਤੀ। ਕੋਈ ਆਪਣੇ ਮਨ ਦੇ ਵਿੱਚ ਤੌਬਾ ਕਰਨ ਬਾਰੇ ਸੋਚਿਆ ਤੱਕ ਨਹੀਂ। ਬਸ ਆਪਣੇ ਕੰਮਾਂ ਦੇ ਵਿੱਚ ਮਸਤ ਆ, ਬੁਰਾਈ ਦੇ ਵਿੱਚ ਵਸਤ ਆ, ਬੁਰਾਈ ਨੂੰ ਫੜ ਕੇ ਰੱਖਿਆ ਹੋਇਆ ਹੈ। हे ਨੀਨਵੇ ਦੇ ਲੋਕੋ, ਯਹੋਵਾ ਦਾ ਸੰਦੇਸ਼ ਸੁਣੋ। ਅੱਜ ਤੋਂ 35 ਦਿਨ ਬਾਅਦ ਇਹ ਬੜਾ ਸ਼ਹਿਰ ਨੀਨਵਾ ਤਬਾਹ ਕੀਤਾ ਜਾਣਾ।
ਯਹੋਵਾ ਇਸ ਸ਼ਹਿਰ ਦੇ ਵਿਰੋਧ ਵਿੱਚ ਆ। ਤੁਹਾਡੀ ਬੁਰਾਈ ਯਹੋਵਾ ਤੋਂ ਛੁਪੀ ਨਹੀਂ ਆ। हे ਨੀਨਵੇ ਦੇ ਲੋਕੋ, ਯਹੋਵਾ ਦਾ ਸੰਦੇਸ਼ ਸੁਣੋ। ਅੱਜ ਤੋਂ 35 ਦਿਨ ਬਾਅਦ ਇਹ ਵੱਡਾ ਸ਼ਹਿਰ ਨੀਨਵਾ ਇਹ ਫਿਰ ਆ ਗਿਆ, ਇਹ ਫਿਰ ਕਹਿ ਰਿਹਾ ਆ ਸਾਡੇ ਪਾਪ ਗਿਰਾ ਦਿੱਤਾ ਜਾਣਾ। ਪਾਗਲ ਹੋ ਗਿਆ ਲੱਗਦਾ ਏ। ਇਹ ਪਾਗਲ ਹੋ ਗਿਆ, ਇਹ ਕੁੱਫਰ ਇਜ਼ਰਾਈਲੀ ਬਕ ਪਾਗਲ ਆ ਰਿਹਾ ਇਹ ਆ ਲੱਗਦਾ। ਸਾਡਾ ਅੱਜ ਤੋਂ 35 ਦਿਨ ਬਾਅਦ ਸਾਡਾ ਪਿੰਡ, ਸਾਡਾ ਨੀਨਵਾ, ਇਹ ਵੱਡਾ ਕਿਵੇਂ ਸ਼ਹਿਰ ਤਬਾਹ ਹੋ ਸਕਦਾ? ਨੀਨਵਾ ਪਾਗਲ ਹੋ ਗਿਆ ਲੱਗਦਾ। ਅਸੀਂ ਪਾਗਲ। ਕਿਹੜੇ ਪਾਪ ਕੀਤੇ ਨੇ? ਗਿਰਾ ਦਿੱਤਾ ਜਾਣਾ। ਇਹ ਕੀ ਕਹਿ ਰਿਹਾ ਹੈ? ਚਲੋ ਚਲੋ ਸਾਨੂੰ ਹੋਰ ਵੀ ਕੰਮ ਯਹੋਵਾ ਇਸ ਸ਼ਹਿਰ ਦੇ ਵਿਰੋਧ ਵਿੱਚ ਆ। ਦਿਮਾਗ ਖਰਾਬ ਹੋ ਚਲੋ ਗਿਆ ਸਾਨੂੰ ਲੱਗਦਾ। ਹੋਰ ਵੀ ਕੰਮ ਨੇ, ਸਾਨੂੰ ਹੋਰ ਅੱਜ ਵੀ ਤੋਂ ਕੰਮ 35 ਦਿਨ ਬਾਅਦ ਇਹ ਵੱਡਾ ਸ਼ਹਿਰ ਨੀਨਵਾ ਗਿਰਾ ਦਿੱਤਾ ਜਾਣਾ। ਨੀਨਵੇ ਦੇ ਲੋਕੋ, ਯਹੋਵਾ ਦਾ ਇਹ ਸੰਦੇਸ਼ ਸੁਣੋ। ਯਹੋਵਾ ਇਸ ਸ਼ਹਿਰ ਦੇ ਵਿਰੋਧ ਵਿੱਚ ਆ। ਆਪਾਂ ਦੇਖਿਆ ਕਿ ਪਰਮੇਸ਼ਰ ਦਾ ਨਬੀ ਫਿਰ ਇੱਕ ਵਾਰ ਉਸ ਨਗਰ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸ ਰਿਹਾ ਕਿ ਤੁਸੀਂ ਆਪਣੇ ਪਾਪ, ਆਪਣੀ ਬੁਰਾਈ ਨੂੰ ਛੱਡ ਦਿਓ। ਤੁਹਾਡੀ ਬੁਰਾਈ ਯਹੋਵਾ ਦੇ ਸਾਹਮਣੇ ਪਹੁੰਚ ਚੁੱਕੀ ਆ ਔਰ ਯਹੋਵਾ ਨੇ ਤੁਹਾਨੂੰ ਮੌਕਾ ਦਿੱਤਾ ਆ ਕਿ ਤੁਸੀਂ ਆਪਣੇ ਪਾਪ, ਆਪਣੀ ਬੁਰਾਈ ਨੂੰ ਛੱਡੋ। ਪਰ ਉਸਦੇ ਉਹਨਾਂ ਲੋਕਾਂ ਨੇ, ਇਹ ਜੋ ਨੀਨਵੇ ਦੇ ਲੋਕ ਆ, ਜੋ ਅਸ਼ੂਰੀ ਸਮਰਾਜ ਦਾ ਇੱਕ ਵੱਡਾ ਸ਼ਹਿਰ ਗਿਣਿਆ ਜਾਂਦਾ ਸੀ, ਜੋ ਨੀਨਵੇ ਅਖਵਾਉਂਦਾ ਸੀ, ਜਿਸ ਦੇ ਲੋਕ ਇੰਨੇ ਜ਼ਿਆਦਾ ਪਾਪ ਕਰਦੇ ਸੀ, ਇੰਨੀ ਜ਼ਿਆਦਾ ਉਹਨਾਂ ਦੇ ਅੰਦਰ ਬੁਰਾਈ ਸੀ ਕਿ ਉਹ ਪਰਮੇਸ਼ਰ ਦਾ ਵਚਨ ਸੁਣਨਾ ਹੀ ਨਹੀਂ ਚਾਹੁੰਦੇ। ਔਰ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਉਹ ਪਰਮੇਸ਼ਰ ਦੇ ਵੱਲੋਂ ਭੇਜੇ ਗਏ ਨਬੀ ਨੂੰ ਤੁੱਛ ਜਾਣਦੇ ਆ, ਉਸ ਉੱਤੇ ਤਾਨੇ ਕੱਸ ਰਹੇ ਆ, ਉਸ ਨੂੰ ਹਜੇ ਵੀ ਉਹ ਪਾਗਲ ਹੀ ਦੱਸ ਰਹੇ ਆ। ਤੁਸੀਂ ਇਸ ਤੋਂ ਜਾਣ ਸਕਦੇ ਹੋ ਕਿ ਪਰਮੇਸ਼ਰ ਕਿੰਨਾ ਭਲਾ ਪਰਮੇਸ਼ਰ ਆ। ਹਜੇ ਵੀ ਇਹਨਾਂ ਨੂੰ ਮੌਕਾ ਦੇ ਰਿਹਾ, ਹਜੇ ਵੀ ਇਹਨਾਂ ਨੂੰ ਟਾਈਮ ਦੇ ਰਿਹਾ ਕਿ ਤੁਸੀਂ ਆਪਣੇ ਪਾਪਾਂ ਤੋਂ ਮੁੜ ਆਓ, ਤੁਸੀਂ ਆਪਣੀ ਬੁਰਾਈ ਤੋਂ ਪਿੱਛੇ ਹਟ ਜਾਓ। ਪਰ ਹਜੇ ਵੀ ਇਹ ਲੋਕ ਆਪਣੇ ਹੱਥ ਦੇ ਉੱਤੇ ਅੜੇ ਹੋਏ ਆ, ਹਜੇ ਵੀ ਆਪਣੀ ਬੁਰਾਈ ਨੂੰ ਫੜ ਕੇ ਉਸੇ ਮਾਰਗ ਦੇ ਉੱਤੇ ਚੱਲੀ ਜਾਂਦੇ ਆ। ਆਓ ਆਪਾਂ ਦੇਖਾਂਗੇ ਉਸ ਤੋਂ ਬਾਅਦ 25 ਦਿਨ ਜਦੋਂ ਰਹਿ ਚੁੱਕੇ ਆ ਕੇਵਲ, ਜੋ ਪਰਮੇਸ਼ਰ ਨੇ ਟਾਈਮ ਦਿੱਤਾ ਇਹਨਾਂ ਨੂੰ 40 ਦਿਨ ਦਾ, ਉਸ ਦੇ ਵਿੱਚੋਂ 15 ਦਿਨ ਬੀਤ ਚੁੱਕੇ ਆ, ਹੁਣ 25 ਦਿਨ ਰਹਿ ਗਏ ਆ। ਦੇਖਦੇ ਆ ਪਰਮੇਸ਼ਰ ਦੇ ਦਾਸ ਦੇ ਵਚਨ ਨੂੰ ਸੁਣਦੇ ਆ, ਪਰਮੇਸ਼ਰ ਦੇ ਵਚਨ ਦੇ ਉੱਤੇ ਧਿਆਨ ਦਿੰਦੇ ਆ। ਇਹ ਹਠੀਲੀ ਜਾਤੀ ਦੇਖਾਂਗੇ ਹੁਣ ਕੀ ਕਰਦੀ ਹੈ। ਅੱਜ ਤੋਂ 25 ਦਿਨ ਬਾਅਦ ਇਹ ਵੱਡਾ ਸ਼ਹਿਰ ਨੀਨਵਾ ਤਬਾਹ ਕੀਤਾ ਜਾਣਾ। ਨੀਨਵੇ ਦੇ ਲੋਕੋ, ਇਹ ਸੰਦੇਸ਼ ਯਹੋਵਾ ਦੇ ਵੱਲੋਂ ਹੈ। ਉਹ ਸੱਚਾ ਪਰਮੇਸ਼ਵਰ ਇਸ ਸ਼ਹਿਰ ਦੇ ਵਿਰੋਧ ਵਿੱਚ ਆ। ਤੁਹਾਡੇ ਪਾਪ ਯਹੋਵਾ ਦੇ ਅੱਗੇ ਛੁਪੇ ਨਹੀਂ ਆ। ਤੁਹਾਡੇ ਪਾਪ ਯਹੋਵਾ ਦੇ ਅੱਗੇ ਪਹੁੰਚ ਚੁੱਕੇ ਆ। ਯਹੋਵਾ ਇਸ ਸ਼ਹਿਰ ਦੇ ਵਿਰੋਧ ਵਿੱਚ ਆ। ਉਹ ਸੱਚਾ ਪਰਮੇਸ਼ਵਰ ਇਸ ਸ਼ਹਿਰ ਦੇ ਵਿਰੋਧ ਵਿੱਚ ਆ। ਅੱਜ ਤੋਂ 25 ਦਿਨ ਬਾਅਦ ਇਹ ਵੱਡਾ ਸ਼ਹਿਰ ਨੀਨਵਾ ਤਬਾਹ ਕੀਤਾ ਜਾਣਾ। ਅੱਜ ਤੋਂ 25 ਦਿਨ ਬਾਅਦ ਇਹ ਵੱਡਾ ਸ਼ਹਿਰ ਨੀਨਵਾ ਤਬਾਹ ਕੀਤਾ ਜਾਣਾ। ਨੀਨਵੇ ਦੇ ਲੋਕੋ, ਇਹ ਸੰਦੇਸ਼ ਯਹੋਵਾ ਦੇ ਵੱਲੋਂ ਹੈ। ਯਹੋਵਾ ਇਸ ਸ਼ਹਿਰ ਦੇ ਵਿਰੋਧ ਵਿੱਚ ਹੈ। ਅੱਜ ਤੋਂ 25 ਦਿਨ ਬਾਅਦ ਇਹ ਵੱਡਾ ਸ਼ਹਿਰ ਨੀਨਵਾ ਤਬਾਹ ਕੀਤਾ ਜਾਣਾ। ਯਹੋਵਾ ਇਸ ਸ਼ਹਿਰ ਦੇ ਵਿਰੋਧ ਵਿੱਚ ਆ।
ਨੀਨਵੇ ਦੇ ਲੋਕੋ, ਯਹੋਵਾ ਦਾ ਇਹ ਸੰਦੇਸ਼ ਸੁਣੋ। ਉਹ ਸੱਚਾ ਪਰਮੇਸ਼ਵਰ ਇਸ ਸ਼ਹਿਰ ਦੇ ਵਿਰੋਧ ਵਿੱਚ ਆ। ਬਚਾ ਲੈ, ਹੁਣ ਅਸੀਂ ਕੀ ਕਰੀਏ? ਹੁਣ ਅਸੀਂ ਕੀ ਕਰਾਂਗੇ? ਸਾਨੂੰ ਬਚਾ ਲੈ, ਅਸੀਂ ਕਿੱਥੇ ਜਾਵਾਂਗੇ? ਅਸੀਂ ਸ਼ਹਿਰ ਛੱਡ ਕੇ ਕਿੱਥੇ ਜਾਵਾਂਗੇ? ਸਾਨੂੰ ਬਚਾ ਲੈ, ਪਰਮੇਸ਼ਰ ਦੇ ਕਰੋ ਤਾਂ ਸਾਨੂੰ ਬਚਾ ਲੈ। ਉਹ ਯਹੋਵਾ ਇਸ ਸ਼ਹਿਰ ਦੇ ਵਿਰੋਧ ਵਿੱਚ ਅਸੀਂ ਆਪਣੇ ਆ। ਬੱਚਿਆਂ ਨੂੰ ਲੈ ਕੇ ਕਿੱਥੇ ਜਾਵਾਂਗੇ? ਸਾਨੂੰ ਬਚਾ ਲੈ। ਸੱਚਾ ਪਰਮੇਸ਼ਵਰ ਇਸ ਸ਼ਹਿਰ ਦੇ ਵਿਰੋਧ ਵਿੱਚ ਆ। ਸਾਨੂੰ ਬਚਾ ਲੈ, ਸਾਨੂੰ ਕਰੋਧ ਤੋਂ ਬਚਾ ਲੈ, ਸਾਨੂੰ ਖੁਦਾ ਦੇ ਕਰੋਧ ਤੋਂ ਬਚਾ ਲੈ, ਸਾਨੂੰ ਖੁਦਾ ਦੇ ਕਰੋਧ ਤੋਂ ਬਚਾ ਲੈ। ਬਚਾ ਲੈ ਸਾਨੂੰ ਖੁਦਾ ਦੇ ਕਰੋਧ ਤੋਂ, ਸਾਨੂੰ ਬਚਾ ਲੈ, ਬਚਾ ਲੈ ਸਾਨੂੰ ਖੁਦਾ ਦੇ ਕਰੋਧ ਤੋਂ, ਬਚਾ ਲੈ, ਬਚਾ ਲੈ ਸਾਨੂੰ ਖੁਦਾ ਦੇ ਕਰੋਧ ਤੋਂ, ਬਚਾ ਲੈ ਸਾਨੂੰ ਖੁਦਾ ਦੇ ਕਰੋਧ ਤੋਂ, ਬਚਾ ਲੈ, ਬਚਾ ਲੈ, ਬਚਾ ਲੈ। ਸਾਨੂੰ ਇਸ ਕ੍ਰੋਧ ਤੋਂ ਬਚਾ ਲੈ। ਹੁਣ ਅਸੀਂ ਕਿੱਥੇ ਜਾਵਾਂਗੇ? ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਅਸੀਂ ਕਿੱਥੇ ਜਾਵਾਂਗੇ ਹੁਣ? ਆਪਾਂ ਦੇਖਿਆ ਕਿ ਜਦੋਂ ਪਰਮੇਸ਼ਵਰ ਦੇ ਨਬੀ ਨੇ ਜੋ ਵਚਨ ਦਿੱਤਾ ਨੀਨਵੇ ਦੇ ਲੋਕਾਂ ਨੂੰ ਕਿ ਤੁਹਾਡੀ ਬੁਰਾਈ, ਤੁਹਾਡੇ ਪਾਪ ਯਹੋਵਾ ਦੇ ਸਾਹਮਣੇ ਆਈ ਆ, ਔਰ ਫਿਰ ਤੁਸੀਂ ਦੇਖਿਆ ਕਿਸ ਤਰ੍ਹਾਂ ਉਹਨਾਂ ਲੋਕਾਂ ਨੇ, ਉਸ ਹਠੀਲੀ ਜਾਤੀ ਨੇ ਕਿਸ ਤਰ੍ਹਾਂ ਕਿੰਨੇ ਦਿਨਾਂ ਤੋਂ ਬਾਅਦ ਬੁਰਾਈ ਨੂੰ ਛੱਡਣ ਦਾ ਫੈਸਲਾ ਲਿਆ। ਹੁਣ ਉਹ ਡਰ ਚੁੱਕੇ ਆ, ਹੁਣ ਆਪਣੇ ਪਾਪਾਂ ਤੋਂ ਤੌਬਾ ਕਰਨਾ ਚਾਹੁੰਦੇ ਆ, ਪਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕਿਸ ਤਰ੍ਹਾਂ ਕਰੀਏ। ਉਹ ਪਾਪਾਂ ਤੋਂ ਮਾਫੀ ਮੰਗ ਰਹੇ ਆ। ਉਹ ਆਪਣੇ ਪਾਪ ਔਰ ਬੁਰਾਈ ਹੁਣ ਉਹਨਾਂ ਨੂੰ ਵੀ ਯਾਦ ਆਈ ਹੈ ਕਿ ਅਸੀਂ ਬਹੁਤ ਜ਼ਿਆਦਾ ਪਾਪ ਕੀਤੇ ਆ, ਅਸੀਂ ਬਹੁਤ ਜ਼ਿਆਦਾ ਬੁਰਾਈ ਦੇ ਵਿੱਚ ਆ। ਜੋ ਪਰਮੇਸ਼ਵਰ ਦੇ ਨਬੀ ਨੇ, ਯੋਨਾ ਨੇ ਉਹਨਾਂ ਨੂੰ ਵਚਨ ਦਿੱਤਾ ਪਰਮੇਸ਼ਵਰ ਦਾ ਕਿ ਯਹੋਵਾ ਤੁਹਾਨੂੰ ਨਾਸ਼ ਕਰਨ ਵਾਲਾ ਆ। ਹੁਣ ਇਹਨਾਂ ਦੇ ਅੰਦਰ ਡਰ ਆ ਚੁੱਕਾ ਆ, ਹੁਣ ਇਹਨਾਂ ਦੇ ਅੰਦਰ ਬੁਰਾਈ ਮਰਨੀ ਸ਼ੁਰੂ ਹੋ ਚੁੱਕੀ ਆ। ਹੁਣ ਇਹ ਪਰਮੇਸ਼ਵਰ ਦੇ ਨਬੀ ਨੂੰ ਕਹਿ ਰਹੇ ਆ, ਯੋਨਾ ਨੂੰ, ਕਿ ਸਾਨੂੰ ਬਚਾ ਲਾ, ਸਾਨੂੰ ਬਚਾ ਲਾ, ਸਾਨੂੰ ਦੱਸ ਅਸੀਂ ਕੀ ਕਰੀਏ। ਪਰ ਹੁਣ ਕੋਈ ਹਜੇ ਇਹਨਾਂ ਨੂੰ ਰਸਤਾ ਨਹੀਂ ਮਿਲ ਰਿਹਾ, ਗਿੜਗੜਾ ਰਹੇ ਆ, ਰੋ ਰਹੇ ਆ। ਹੁਣ ਇਹਨਾਂ ਨੂੰ ਚਿੰਤਾ ਸਤਾ ਰਹੀ ਆ ਕਿਉਂਕਿ ਇਹਨਾਂ ਨੂੰ ਹੁਣ ਆਪਣਾ ਨਾਸ਼ ਸਾਹਮਣੇ ਦਿਖਾਈ ਦੇ ਰਿਹਾ। ਇਹ ਹੁਣ ਸੋਚ ਰਹੇ ਕਿ ਅਸੀਂ ਨਾਸ਼ ਹੋ ਜਾਵਾਂਗੇ, ਸੱਚਮੁੱਚ ਅਸੀਂ ਮਾਰੇ ਜਾਵਾਂਗੇ। ਹੁਣ ਅਸੀਂ ਕੀ ਕਰੀਏ? ਹੁਣ ਕਿਸ ਤਰ੍ਹਾਂ ਅਸੀਂ ਬੁਰਾਈ ਤੋਂ ਮੁੜੀਏ? ਸਾਨੂੰ ਕੌਣ ਮਾਰਗ ਦੱਸੇਗਾ? ਹੁਣ ਕੌਣ ਸਾਨੂੰ ਬਚਾਵੇਗਾ? ਹੁਣ ਇਹ ਪਰਮੇਸ਼ਵਰ ਦੇ ਨਬੀ ਦੇ ਕੋਲ ਜਾ ਰਹੇ ਆ। ਉਹ ਪਰਮੇਸ਼ਵਰ ਦੇ ਨਬੀ ਦੀਆਂ ਮਿਹਨਤਾਂ ਕਰ ਰਹੇ ਆ ਕਿ ਸਾਨੂੰ ਦੱਸ ਕਿਸ ਤਰ੍ਹਾਂ ਅਸੀਂ ਪਾਪਾਂ ਤੋਂ ਮੁੜੀਏ, ਸਾਨੂੰ ਦੱਸ ਅਸੀਂ ਕਿਸ ਤਰ੍ਹਾਂ ਬੁਰਾਈ ਨੂੰ ਛੱਡੀਏ। ਹੁਣ ਇਹ ਹਠੀਲੀ ਜਾਤੀ ਜੋ ਪਾਪ ਔਰ ਬੁਰਾਈ ਦੇ ਵਿੱਚ ਫਸੀ ਹੋਈ ਸੀਗੀ, ਹੁਣ ਇਹ ਤੌਬਾ ਕਰ ਰਹੀ ਆ, ਹੁਣ ਇਹ ਰੋ ਰਹੇ ਆ, ਬਿਲਖਾ ਰਹੇ ਆ। ਤੁਸੀਂ ਕੀ ਖਬਰ ਲੈ ਕੇ ਆਏ? ਹਜ਼ੂਰ, ਉਹ ਨਵੀ ਕਹਿ ਰਿਹਾ 20 ਦਿਨਾਂ ਦੇ ਅੰਦਰ ਇਹ ਵੱਡਾ ਸ਼ਹਿਰ ਨੀਨਵੇ ਤਬਾਹ ਕੀਤਾ ਜਾਵੇਗਾ। ਸਾਰੇ ਲੋਕਾਂ ਨੇ ਟਾਟ ਪਹਿਨ ਲਏ ਤੇ ਉਹਨਾਂ ਨੇ ਰੋਜੇ ਰੱਖੇ ਆ। ਉਹ ਨਵੀ ਦੇ ਕਹਿਣ ਤੇ ਸਭ ਕੁਝ ਕਰਨ ਲਈ ਤਿਆਰ ਆ। ਉਹ ਬਸ ਯਹੋਵਾ ਨੂੰ ਖੁਸ਼ ਕਰਨਾ ਚਾਹੁੰਦੇ ਆ। क्या उस नबी ने क्या करन ਲਈ? ਨਹੀਂ ਹਜ਼ੂਰ, ਲੋਕਾਂ ਨੂੰ ਲੱਗਦਾ ਉਹਨਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਆ ਤੇ ਵਕਤ ਵੀ ਦਿੱਤਾ ਜਾ ਰਿਹਾ। ਜੋਤਸ਼ੀ ਤੇ ਸ਼ਾਸਤਰੀ ਨੂੰ ਬੁਲਾਇਆ ਜਾਵੇ। ਹਜੂਰ, ਤੁਸੀਂ ਸਾਨੂੰ ਯਾਦ ਕੀਤਾ। ਹਾਂ, ਤੁਸੀਂ ਕੀ ਖਬਰ ਲੈ ਕੇ ਉਸ ਨਬੀ ਬਾਰੇ? ਹਜੂਰ, ਸਾਡੇ ਖਬਰੀ ਨੇ ਉਹਦੀਆਂ ਗੱਲਾਂ ਸੁਣੀਆਂ ਅਤੇ ਪਤਾ ਲੱਗਾ ਕਿ ਉਹ ਸ਼ੁਰੂ ਦੇ ਵਿੱਚ ਨੀਨਵਾ ਆਉਣਾ ਨਹੀਂ ਸੀ ਚਾਹੁੰਦਾ ਅਤੇ ਉਹ ਤਰਤੀਸ਼ ਨੂੰ ਚਲਾ ਗਿਆ ਤੇ ਸਮੁੰਦਰ ਦੇ ਵਿੱਚ ਸੁੱਟਿਆ ਗਿਆ ਅਤੇ ਉਹ ਕਹਿੰਦਾ ਕਿ ਯਹੋਵਾ ਨੇ ਇੱਕ ਮੱਛੀ ਭੇਜੀ ਜਿਸ ਨੇ ਉਸ ਨੂੰ ਨਿਗਲ ਲਿਆ ਅਤੇ ਉਸ ਤੋਂ ਬਾਅਦ ਉਹ ਇੱਥੇ ਆ ਗਿਆ। ਦਿਮਾਗ ਖਰਾਬ ਹੈ ਉਸ ਦਾ। ਨਹੀਂ, ਮੈਨੂੰ ਨਹੀਂ ਲੱਗਦਾ। ਇਹ ਬੰਦਾ ਇਜ਼ਰਾਈਲ ਦੇ ਪਰਮੇਸ਼ਰ ਦਾ ਬੰਦਾ ਹੈ ਹਜ਼ੂਰ, ਜੋ ਆਪਣੀ ਚਮਤਕਾਰਾਂ ਦਾ ਮਸ਼ਹੂਰ ਤੇ ਆਪਣੀ ਮਹਾਨਤਾ ਤੋਂ ਪ੍ਰਸਿੱਧ ਹੈ। ਪ੍ਰਸਿੱਧ ਹੋਵੇਗਾ ਆਪਣੇ ਦੇਸ਼ ਵਿੱਚ, ਸਾਡੇ ਤਾਂ ਆਪਣੇ ਦੇਵਤੇ ਆ। ਪਰ ਹਜ਼ੂਰ, ਇਤਿਹਾਸ ਗਵਾਹ ਹੈ ਕਿ ਯਹੋਵਾ ਹੀ ਉਹ ਪਰਮੇਸ਼ਰ ਹੈ ਜਿਸ ਨੇ ਮਿਸਰ ਦੇ ਦੇਵਤਿਆਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਤੇ ਜਿਸ ਨੇ ਮਿਸਰ ਦੀ ਸੈਨਾ ਨੂੰ ਲਾਲ ਸਮੁੰਦਰ ਵਿੱਚ ਮਿਲਾ ਦਿੱਤਾ। ਇਹ ਉਹੀ ਯਹੋਵਾ ਹੈ ਜਿਸ ਨੇ ਜਲ ਪਰਲੋ ਲਿਆਂਦੀ। ਉਸ ਸਮੇਂ ਦੇ ਲੋਕ
ਬੜੇ ਹਿੰਸਕ ਹੋ ਗਏ ਸੀ। ਹੁਣ ਪ੍ਰਜਾ ਦਾ ਕੀ ਖਿਆਲ ਹੈ? ਪ੍ਰਜਾ ਦਾ ਇਹ ਮੰਨਣਾ ਹੈ ਹਜ਼ੂਰ, ਜੇ ਅਸੀਂ ਪਛਤਾਪ ਕਰੀਏ ਤੇ ਮਨ ਫਰਾਈਏ, ਟਾਟ ਪਾ ਲਈਏ ਤਾਂ ਹੋ ਸਕਦਾ ਉਹਦਾ ਪਰਮੇਸ਼ਵਰ ਸਾਡੇ ਉੱਤੇ ਦਇਆ ਕਰੇ। ਠੀਕ ਹੈ, ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ, ਪਸ਼ੂਆਂ ਤੋਂ ਲੈ ਕੇ ਜਾਨਵਰਾਂ ਤੱਕ ਸਭ ਉਪਵਾਸ ਕਰਨ ਤੇ ਉਹਨਾਂ ਦੇ ਟਾਟ ਪੋਏ ਜਾਣ। ਸ਼ਾਇਦ ਉਸ ਪਰਮੇਸ਼ਵਰ ਇਹ ਦੇਖ ਕੇ ਸਾਡੇ ਤੇ ਦਇਆ ਕਰੇ ਤੇ ਆਪਣੀ ਰਹਿਮ ਦਿਲ ਸਾਡੇ ਤੇ ਕਰੇ ਤਾਂ ਜੋ ਅਸੀਂ ਬਚਾਏ ਜਾਈਏ। ਇਹ ਉਪਦੇਸ਼ ਪ੍ਰਜਾ ਵਿੱਚ ਲਾਗੂ ਕੀਤਾ ਜਾਵੇ। ਰਾਜਾ ਦਾ ਇਹ ਹੁਕਮ ਹੈ ਕਿ ਇਹ ਸੰਦੇਸ਼ ਪ੍ਰਜਾ ਵਿੱਚ ਲਾਗੂ ਕੀਤਾ ਜਾਵੇ। हे नीनवे दे लोको, ये सच्चे परमेश्वर का संदेश सुनो। सच्चा परमेश्वर सेना का यहोवा इस शहर के विरोध विच तुहाडे पाप परमेश्वर दे अगे पहुंच चुके हैं। अज तो 10 दिन बाद ये बड़ा शहर नीनवा तहस महस किया जाएगा। वो परमेश्वर, सच्चा परमेश्वर इस शहर के विरोध विच खड़ा हो चुका है। आज तो 10 दिन बाद ये बड़ा शहर नीनवा तबाह किया जाएगा। तुहाडे पाप परमेश्वर दे अगे छिपे नहीं है। परमेश्वर इस शहर के विरोध विच है। वो सच्चा परमेश्वर सेना का यहोवा इस शहर के विरोध विच खड़ा हो चुका है। आज तो 10 दिन बाद ये शहर, बड़ा शहर नीनवा तबाह किया जाएगा। नीनवे दे सारे लोगों, ए पैगाम ध्यान नाल सुनो। ए पैगाम राजा दे वल्लों है। बच्चियां तो लेके बुढ़ियां तक, मज्जां गावां तो लेके भेडां बकरियां तक कोई भी कुछ ना खावे। इथों तक कोई भी पानी दी बूंद तक ना पीवे। अपने बुरे राह तो मुड़ो, एक दूजे नाल बैर करना छड्डो। शायद ओ परमेश्वर साडे उत्तों अपनी जंजलाहट हटा लवे। उस परमेश्वर दे अगे गिड़गिड़ाओ। हो सकदा ओ सच्चा परमेश्वर साडे उत्ते तरस खाए और अपने फैसले उत्ते दोबारा गौर करे। ਸਾਨੂੰ ਬਚਾ ਲੈ, ਸਾਨੂੰ ਬਚਾ ਲੈ, ਸਾਨੂੰ ਬਚਾ ਲੈ, ਸਾਨੂੰ ਬਚਾ ਲੈ, ਸਾਨੂੰ ਬਚਾ ਲੈ। ਅਸੀਂ ਕਿੱਥੇ ਜਾਵਾਂਗੇ? ਸਾਨੂੰ ਛੱਡ ਕੇ ਨਾ ਜਾ। ਸਾਨੂੰ ਬਚਾ ਲੈ, ਸਾਨੂੰ ਬਚਾ ਲੈ। ਆਪਾਂ ਦੇਖ ਰਹੇ ਹਾਂ ਕਿਸ ਤਰ੍ਹਾਂ ਦਾ 99 ਦੇ ਲੋਕ ਆਪਣੇ ਘੁਟਨਿਆਂ ਤੇ ਆ ਕੇ ਆਪਣੇ ਪਾਪਾਂ ਨੂੰ ਛੱਡ ਰਹੇ ਆ। ਸਾਰਿਆਂ ਨੇ ਟਾਟ ਪਾ ਲਏ ਆ, ਰੱਖ ਦੇ ਢੇਰ ਦੇ ਉੱਤੇ ਬਹਿ ਗਏ ਆ ਔਰ ਤੌਬਾ ਕਰਦੇ ਜਾ ਰਹੇ ਆ, ਪਰਮੇਸ਼ਵਰ ਤੋਂ ਮਾਫੀ ਮੰਗ ਰਹੇ ਆ। ਔਰ ਰਾਜੇ ਦੇ ਵੱਲੋਂ ਜੋ ਫਤਵਾ ਭੇਜਿਆ ਗਿਆ, ਜੋ ਹੁਕਮ ਜਾਰੀ ਕੀਤਾ ਗਿਆ, ਆਪਾਂ ਸਭ ਨੇ ਸੁਣਿਆ ਕਿ ਉਸਨੇ ਫਤਵਾ ਜਾਰੀ ਕੀਤਾ, ਹੁਕਮ ਜਾਰੀ ਕੀਤਾ ਕਿ ਉਦੋਂ ਤੱਕ ਜਦੋਂ ਤੱਕ ਯਹੋਵਾ ਸਾਨੂੰ ਮਾਫ ਨਾ ਕਰ ਦੇਵੇ, ਪੂਰੇ 99 ਸ਼ਹਿਰ ਦੇ ਵਿੱਚ ਲੋਕ ਤੌਬਾ ਕਰਨ, ਕੋਈ ਵੀ ਖਾਣਾ ਨਾ ਖਾਵੇ, ਕੋਈ ਵੀ ਪਾਣੀ ਨਾ ਪੀਵੇ। ਹਰ ਇਨਸਾਨ, ਹਰ ਬੁੱਢਾ, ਹਰ ਜਵਾਨ, ਹਰ ਬਜ਼ੁਰਗ, ਹਰ ਬੱਚਾ, ਚਾਹੇ ਪਸ਼ੂ ਹੋਵੇ, ਪਸ਼ੂਆਂ ਦਾ ਵੀ ਖਾਣਾ ਬੰਦ ਕਰ ਦਿੱਤਾ ਔਰ ਸਭ ਨੇ ਪਛਤਾਪ ਕਰਨਾ ਸ਼ੁਰੂ ਕਰ ਦਿੱਤਾ। ਆਪਾਂ ਦੇਖ ਰਹੇ ਹਾਂ, ਆਪਾਂ ਦੇਖ ਸਕਦੇ ਸਕਰੀਨ ਦੇ ਉੱਪਰ ਵੀ ਕਿ ਕਿਸ ਤਰ੍ਹਾਂ 99 ਦੇ ਲੋਕ ਜੋ ਬੁਰਾਈ ਦੇ ਨਾਲ ਭਰੇ ਹੋਏ ਸੀ, ਜੋ ਪਾਪਾਂ ਦੇ ਨਾਲ ਜਕੜੇ ਹੋਏ ਸੀ, ਜਦੋਂ ਪਰਮੇਸ਼ਵਰ ਦੇ ਸੱਚੇ ਨਬੀ ਨੇ ਪਰਮੇਸ਼ਵਰ ਦਾ ਵਚਨ ਦੱਸਿਆ ਕਿ ਯਹੋਵਾ ਦੇ ਸਾਹਮਣੇ ਤੁਹਾਡੇ ਪਾਪ ਪਹੁੰਚ ਚੁੱਕੇ ਆ, ਤਾਂ ਤੁਸੀਂ ਤੌਬਾ ਕਰੋ ਆਪਣੇ ਪਾਪਾਂ ਤੋਂ। ਹੁਣ ਅੱਗੇ ਆਪਾਂ ਦੇਖਾਂਗੇ ਕਿ 40 ਦਿਨ ਹੋ ਚੁੱਕੇ ਆ, 99 ਦੇ ਲੋਕ ਲਗਾਤਾਰ ਪਛਤਾਪ ਕਰ ਰਹੇ ਆ। 40 ਦਿਨ ਬੀਤ ਚੁੱਕੇ ਆ ਔਰ ਜਦੋਂ ਯੋਨਾ ਨਬੀ ਇਹਨਾਂ ਦੇ ਵਿਚਕਾਰ ਆਉਂਦਾ ਫਿਰ ਕੀ ਹੁੰਦਾ ਅੱਗੇ ਆਪਾਂ ਦੇਖਾਂਗੇ। ਇਹ ਲੋਕ ਲਗਾਤਾਰ ਪਛਤਾਪ ਕਰ ਰਹੇ ਆ, ਆਪਣੀ ਬੁਰਾਈ ਨੂੰ ਛੱਡ ਚੁੱਕੇ ਆ।
40 ਦਿਨ ਪੂਰੇ ਹੋ ਚੁੱਕੇ ਆ, ਲੇਕਿਨ ਇਹ ਸ਼ਹਿਰ ਉਸੇ ਦਾ ਉਸੇ ਤਰ੍ਹਾਂ ਆ। हे ਪਰਮੇਸ਼ਵਰ, ਮੈਂ ਇਸੇ ਲਈ ਆਪਣੇ ਦੇਸ਼ ਤੋਂ ਕਾਹਲੀ ਨਹੀਂ ਕਰ ਰਿਹਾ ਸੀ। ਮੈਂ ਜਾਣਦਾ ਸੀ ਕਿ ਤੂੰ ਦਿਆਲੂ ਪਰਮੇਸ਼ਵਰ ਆ। ਮੈਂ ਜਾਣਦਾ ਸੀ ਤੂੰ ਦਇਆ ਕਰਨ ਵਾਲਾ ਪਰਮੇਸ਼ਰ ਆ। हे ਪਰਮੇਸ਼ਵਰ, ਇਹ ਲੋਕ ਕੀ ਸੋਚਣਗੇ ਕਿ ਮੈਂ ਝੂਠਾ ਨਬੀ ਆ, ਤੇ ਕੀ ਸੋਚਣਗੇ ਕਿ ਮੈਂ ਝੂਠਾ ਦਾਸ ਆ ਤੇਰਾ। ਪਰਮੇਸ਼ਵਰ, ਮੈਂ ਇਸੇ ਲਈ ਕਾਹਲੀ ਨਹੀਂ ਕਰ ਰਿਹਾ ਸੀਗਾ। हे योना, ਕੀ ਤੇਰਾ ਮੇਰੇ ਉੱਤੇ ਕ੍ਰੋਧ ਕਰਨਾ ਚੰਗਾ ਹੈ? ਹਾਂ ਪਰਮੇਸ਼ਵਰ, ਚੰਗਾ ਆ। ਮੇਰੀ ਜਾਨ ਲੈ ਲੈ, ਇਸ ਤੋਂ ਚੰਗਾ ਮੇਰਾ ਮਰਨਾ ਚੰਗਾ ਜੀਣ ਨਾਲੋਂ। ਆਪਾਂ ਦੇਖ ਰਹੇ ਹਾਂ 40 ਦਿਨ ਬੀਤ ਚੁੱਕੇ ਆ ਨੀਨਵੇ ਨਗਰ ਦੇ ਵਿੱਚ, ਔਰ ਪਰਮੇਸ਼ਵਰ ਨੇ ਇਹਨਾਂ ਲੋਕਾਂ ਨੂੰ ਹਜੇ ਤੱਕ ਨਾਸ਼ ਨਹੀਂ ਕੀਤਾ। ਪਰ ਪਰਮੇਸ਼ਵਰ ਦਾ ਨਬੀ ਯੋਨਾ ਪਰਮੇਸ਼ਵਰ ਤੇ ਭੜਕ ਉੱਠਦਾ ਆ। ਉਸ ਨੂੰ ਕਹਿੰਦਾ ਆ ਕਿ ਪਰਮੇਸ਼ਵਰ, ਮੈਂ ਜਾਣਦਾ ਸੀ ਕਿ ਤੂੰ ਇਹਨਾਂ ਲੋਕਾਂ ਨੂੰ ਮਾਫ ਕਰ ਦੇਵੇਂਗਾ। ਔਰ ਉਸ ਤੋਂ ਬਾਅਦ ਯੋਨਾ ਨਬੀ ਕੀ ਕਰ ਰਿਹਾ, ਉਹ ਕੀ ਸੋਚ ਰਿਹਾ, ਆਪਾਂ ਦੇਖਾਂਗੇ। ਪਰਮੇਸ਼ਵਰ ਦਾ ਦਾਸ, ਉਹਦਾ ਨਬੀ ਯੋਨਾ, ਜੋ ਇੱਕ ਦੂਰ ਪਹਾੜ ਦੇ ਉੱਤੇ ਆਰਾਮ ਕਰ ਰਿਹਾ ਸੀਗਾ, ਇੱਕ ਵੇਲ ਦੇ ਨੀਚੇ, ਇੱਕ ਦਰਖਤ ਦੇ ਨੀਚੇ, ਆਪਾਂ ਦੇਖ ਸਕਦੇ ਹਾਂ। ਜਿਸ ਜਗ੍ਹਾ ਤੇ ਯੋਨਾ ਨਬੀ ਸੋ ਰਿਹਾ ਸੀਗਾ, ਜਿਸ ਪੇੜ ਦੇ ਥੱਲੇ, ਜਿਸ ਦਰਖਤ ਦੇ ਥੱਲੇ ਉਹ ਸੋ ਰਿਹਾ ਸੀਗਾ, ਉਹ ਇੱਕਦਮ ਹੀ ਉਹ ਬੇਲ, ਉਹ ਪੌਦਾ ਸੁੱਕ ਚੁੱਕਾ ਸੀਗਾ। ਔਰ ਯੋਨਾ ਨਬੀ ਉੱਠ ਗਿਆ। ਉਹ ਦੇਖਣ ਲੱਗਾ ਕਿ ਮੈਂ ਤਾਂ ਠੰਡੀ ਛਾਂ ਦੇ ਹੇਠਾਂ ਪਿਆ ਸੀਗਾ, ਇੱਕਦਮ हे परमेश्वर, हे सच्चे परमेश्वर, तू मेरी जान ले ला परमेश्वर। मेरा मर जाना जीने नालों चंगा है परमेश्वर। परमेश्वर, मैं जानता सी तू दयालु परमेश्वर है। परमेश्वर, तू मेरी जान ले ला परमेश्वर। तू क्यों मैनू इन्ना कष्ट दे रहा परमेश्वर? मैं मरना चाहता है परमेश्वर, मैं मरना चाहता है परमेश्वर। मेरी जान ले ला परमेश्वर। परमेश्वर, मेरी जान ले ला। मेरा जीने नालों मरना चंगा है परमेश्वर। हे योना, ਕੀ ਤੇਰਾ ਕ੍ਰੋਧ ਕਰਨਾ ਮੇਰੇ ਉੱਤੇ ਚੰਗਾ ਆ? हाँ, मेरे लिए मेरा चंगा है तेरे क्रोध करना। ਇੱਕ ਪੌਦਾ ਜਿਸ ਲਈ ਤੂੰ ਕੋਈ ਵੀ ਮਿਹਨਤ ਨਹੀਂ ਕੀਤੀ, ਕੋਈ ਵੀ ਮੁਸ਼ੱਕਤ ਨਹੀਂ ਕੀਤੀ, ਤੇਰੇ ਲਈ ਉਗਾਇਆ ਗਿਆ, ਤੂੰ ਉਸਦੀ ਛਾਂ ਹੇਠਾਂ ਸੌਂ ਗਿਆ। ਫਿਰ ਇੱਕ ਕੀੜਾ ਆਇਆ, ਉਸ ਪੌਦੇ ਨੂੰ ਖਾ ਗਿਆ, ਔਰ ਉਹ ਬੇਲ ਸੁੱਕ ਗਈ, ਉਹ ਪੌਦਾ ਸੁੱਕ ਗਿਆ, ਔਰ ਧੁੱਪ ਲੱਗੀ, ਤੂੰ ਕੁਮਲਾ ਉੱਠਿਆ, ਔਰ ਤੂੰ ਮੇਰੇ ਤੇ ਬੋਲ ਉੱਠਿਆ ਕਿ ਉਹ ਲੋਕ ਜੋ ਮੇਰੇ ਨਾਮ ਦੀ ਦੁਹਾਈ ਦੇ ਰਹੇ ਆ, ਜੋ ਮੇਰੇ ਨਾਮ ਦੀ ਤੌਬਾ ਕਰ ਚੁੱਕੇ ਆ, ਕੀ ਮੈਂ ਉਹਨਾਂ ਨੂੰ ਮਾਫ ਨਾ ਕਰਾਂ? ਕਿਉਂਕਿ ਉਹ ਮੇਰੇ ਹੱਥਾਂ ਦੇ ਬਣਾਏ ਹੋਏ ਆ, ਉਹ ਮੇਰੀ ਹੀ ਪ੍ਰਜਾ ਆ। ਅਸੀਂ ਜਾਣ ਗਏ ਹਾਂ ਤੂੰ ਸੱਚੇ ਅਤੇ ਜੀਵਤੇ ਪਰਮੇਸ਼ਵਰ ਦਾ ਨਬੀ ਆ। तू वाकई परमेश्वर का सच्चा नबी है। सानू छड़ के ना जा, तू सानू छड़ के ना जा, तू सानू छड़ के ना जा, परमेश्वर का सच्चे ना जा। ਅਸੀਂ ਜਾਣ ਚੁੱਕੇ ਹਾਂ ਤੂੰ ਸੱਚੇ ਪਰਮੇਸ਼ਵਰ ਦਾ सच्चे यहोवा परमेश्वर का नबी है। ਤੂੰ ਸਾਨੂੰ ਛੱਡ ਕੇ ਨਾ ਜਾ, ਸਾਨੂੰ ਛੱਡ ਕੇ ਨਾ ਜਾ। ਤੂੰ ਸੱਚੇ ਪਰਮੇਸ਼ਵਰ ਦਾ ਨਬੀ ਹੈ, ਤੂੰ ਸਾਨੂੰ ਛੱਡ ਕੇ ਨਾ ਜਾ। सच्चे परमेश्वर का नबी है, तू सानू छड़ के ना जा जुना, तू सानू छड़ के ना जा। ਆਪਾਂ ਦੇਖਿਆ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਜਦੋਂ ਆਪਣਾ ਵਚਨ ਭੇਜਿਆ ਨੀਨਵੇ ਨਗਰ ਦੇ ਵਿੱਚ, ਉਸਨੇ ਆਪਣੇ ਨਬੀ ਨੂੰ ਭੇਜਿਆ, ਉਸਦੇ ਬੋਲਾਂ ਦੇ ਵਿੱਚ ਸਾਮਰਥ ਪਾਈ, ਉਸ ਨੂੰ ਖੜਾ ਕੀਤਾ ਨੀਨਵੇ ਦੇ ਵਿੱਚ ਜਾ ਕੇ, ਔਰ ਉਸਨੇ ਯਹੋਵਾ ਦੇ ਨਾਮ ਦਾ ਪ੍ਰਚਾਰ ਕੀਤਾ ਕਿ ਹੇ ਨੀਨਵੇ ਦੇ ਲੋਕੋ, ਆਪਣੇ ਪਾਪਾਂ ਨੂੰ, ਆਪਣੀ ਬੁਰਾਈ ਨੂੰ ਛੱਡ ਦਿਓ, ਪਾਪ ਤੋਂ ਮੁੜ ਆਓ। ਔਰ ਜਦੋਂ ਪਰਮੇਸ਼ਵਰ ਦੇ ਉਸ ਵਚਨ ਨੂੰ ਨੀਨਵੇ ਦੇ ਲੋਕਾਂ ਨੇ ਸਵੀਕਾਰ ਕੀਤਾ, ਤਾਂ ਆਪਾਂ ਦੇਖ ਸਕਦੇ ਹਾਂ ਕਿਸ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਨੂੰ ਨਾਸ਼ ਨਹੀਂ ਕੀਤਾ, ਉਹਨਾਂ ਨੂੰ ਬਚਾ ਲਿਆ। ਉਹ ਭਲਾ ਪਰਮੇਸ਼ਵਰ ਆ, ਉਹ ਚੰਗਾ ਪਰਮੇਸ਼ਵਰ ਆ, ਉਹ ਮਾਫ ਕਰਨੇ ਵਾਲਾ ਪਰਮੇਸ਼ਵਰ ਆ, ਉਹ ਸਜ਼ਾ ਦੇਣ ਵਾਲਾ ਪਰਮੇਸ਼ਵਰ ਨਹੀਂ ਆ, ਉਹ ਦੁੱਖ ਦੇ ਕੇ ਪਛਤਾਉਣ ਵਾਲਾ ਪਰਮੇਸ਼ਵਰ ਆ। ਉਹ ਆਪਣੇ ਲੋਕਾਂ ਨੂੰ ਨਾਸ਼ ਨਹੀਂ ਕਰਨਾ ਚਾਹੁੰਦਾ, ਕਿਉਂਕਿ ਨੱਚਦੇ ਹੋਏ ਸਭ ਨੱਚਦੇ
बुला ले